सतनाम श्री वाहिगुरु साहिब जी। दंडौत बंदन अनक बार सर्व कला समरथ। डोलन ते राखो प्रभु नानक दे कर हथ। फिरत फिरत प्रभु आया परया तो शरणाए। नानक की प्रभु बेनती अपनी भगति लाए। तेरे कवन कवन गुण कह गावा तू साहिब गुणी निधाना। तुमरी महिमा बरन न सको तू ठाकुर ऊच भगवाना। वाहिगुरु साहिब जी सतनाम श्री वाहिगुरु जी। वाहिगुरु साहिब जीओ महला पहला। पढ़ पुस्तक संध्या बादं सिल पूजस बगुल समाधं। पढ़ पुस्तक संध्या बादं सिल पूजस बगुल समाधं। मुख झूठ विभूखन सारं त्रैपाल तिहाल विचारं। गलमाला तिलक लिलाटं द्वय धोती वस्त्र कपाटं। जे जानस ब्रह्मं कर्मं सब फोकट निश्चो कर्मं। कहो नानक निश्चो ध्यावे विण सतगुर वाट न पावे। पौड़ी कपड़ रूप सुहावना छड़ दुनिया अंदर जावना। मंदा चंगा अपना आपे ही कीता पावना। हुक्म किए मन भाव दे रा पीड़े अगे जावना। नंगा दोजख चालिया तां दिसै खरा डरावना। कर अवगुण पछोतावना कर अवगुण पछोतावना। वाहिगुरु जी का खालसा वाहिगुरु जी की फतेह। जुगो जुग अटल बाणी दे बोहित धन धन सतगुरु श्री गुरु ग्रंथ साहिब महाराज जी की पावन हजूरी विच सुभायमान गुरु की साध संगत। सतगुरां दी अपार बख्शिश सदका सानू सतगुरां दे चरनां विच बैठ के उस अकाल पुरख दी उस्तत विच जुड़न दा अवसर प्राप्त होया है। कोटान कोट शुकराना करिए सतगुरु जी दा। अपनी मनोबिरतियां नूं गुरचरनां नाल जोड़िए। सारे एक बारी प्रेम नाल आखो सतनाम श्री वाहिगुरु। धन धन सतगुरु श्री गुरु नानक देव महाराज जी की महान बाणी आसा की वार की चल रही लड़ीवार विचार विच हुण तक जो विचार आपां संपूर्ण कीती है। 14वीं पौड़ी तो पहला जिहड़ा पहला सलोक सी पिछले हफ्ते उसकी विचार हुई सी। 2 सलोक धन गुरु नानक देव महाराज जी के उच्चारण किए हुए इस पौड़ी तो पहला ने। पहले सलोक विच महाराज ने बख्शिश करके सानू उन्हां लोकां दे बारे दस्सिया जिहड़े कि अपने आप नूं बहुत वड्डा अखवाउंदे ने
ਅਤੇ ਬਾਹਰੀ ਵਿਖਾਵੇ ਦੇ ਤੌਰ 'ਤੇ ਲੋਕੀ ਉਹਨਾਂ ਦੇ ਭੁਲੇਖੇ ਵਿੱਚ ਆ ਕੇ ਉਹਨਾਂ ਦੇ ਮਗਰ ਵੀ ਲੱਗਦੇ ਨੇ, ਪਰ ਅਖੀਰ ਦੇ ਵਿੱਚ ਉੱਥੋਂ ਉਹਨਾਂ ਨੂੰ ਪ੍ਰਾਪਤ ਕੁਝ ਨਹੀਂ ਹੁੰਦਾ। ਐਸੇ ਲੋਕਾਂ ਦੀ ਤੁਲਨਾ ਮਹਾਰਾਜ ਨੇ ਸਿੰਮਲ ਦੇ ਰੁੱਖ ਨਾਲ ਕੀਤੀ, ਪਰ ਮਹਾਰਾਜ ਨੇ ਅਖੀਰ ਵਿੱਚ ਬਖਸ਼ਿਸ਼ ਕਰਕੇ ਉਪਦੇਸ਼ ਕੀਤਾ ਕਿ ਜਿਹੜੇ ਅੰਦਰਲੇ ਗੁਣ ਨੇ ਮਨੁੱਖ ਦੇ, ਉਹਨਾਂ ਦੀ ਹੀ ਗਿਣਤੀ ਹੈ। ਬਾਹਰੋਂ ਭੇਖ ਕਿਹੋ ਜਿਹਾ ਵੀ ਹੋਵੇ, ਪਰ ਜੇ ਅੰਦਰ ਰੱਬੀ ਗੁਣ ਨਹੀਂ ਤੇ ਉਹ ਮਨੁੱਖ ਕਦੇ ਵੀ ਧਰਮ ਦੇ ਮਾਰਗ 'ਤੇ ਨਹੀਂ ਤੁਰ ਸਕਦਾ, ਪਰਮਾਤਮਾ ਤੱਕ ਨਹੀਂ ਪੁੱਜ ਸਕਦਾ। ਮਹਾਰਾਜ ਨੇ ਉੱਥੇ ਸਾਨੂੰ ਦੱਸਿਆ, ਭਾਵੇਂ ਤੁਹਾਡੇ ਕੋਲ ਜਿਤਨਾ ਮਰਜ਼ੀ ਸ਼ਕਤੀ ਹੋ ਜਾਏ, ਧਨ ਦੌਲਤ ਹੋ ਜਾਏ, ਜੇ ਤੁਹਾਡੇ ਮਨ ਦੇ ਵਿੱਚ ਨਿਮਰਤਾ ਹੈ, ਮਿੱਠਾ ਬੋਲਣਾ ਹੈ, ਆਪਣੇ ਆਪ ਨੂੰ ਨੀਵਾਂ ਕਰਕੇ ਜਾਣਨਾ ਹੈ, ਤਾਂ ਤੇ ਉਹ ਸਭ ਕੁਝ ਕਬੂਲ ਹੈ। ਪਰ ਜੇ ਉੱਤੋਂ ਦਿਖਾਵਾ ਧਰਮ ਦਾ ਹੈ ਪਰ ਮਨ ਦੇ ਵਿੱਚ ਨਿਮਰਤਾ ਨਹੀਂ, ਮਨ ਦੇ ਵਿੱਚ ਨਿਉਣਾ ਨਹੀਂ ਆਇਆ, ਝੁਕਣਾ ਨਹੀਂ ਆਇਆ, ਫਿਰ ਉਸ ਨੂੰ ਮਹਾਰਾਜ ਨੇ ਪ੍ਰਵਾਨ ਨਹੀਂ ਕੀਤਾ। ਮਹਾਰਾਜ ਕਹਿੰਦੇ ਨੇ ਜਿਹੜਾ ਝੁਕਣਾ ਹੈ, ਨਿਉਣਾ ਹੈ, ਨਿਮਰ ਹੋਣਾ ਹੈ, ਉਹ ਅਸਲ ਦੇ ਵਿੱਚ ਮਨ ਕਰਕੇ ਹੈ। ਬਾਹਰੋਂ ਤੇ ਸ਼ਿਕਾਰੀ ਵੀ ਝੁਕਦਾ ਹੈ ਆਪਣੇ ਸ਼ਿਕਾਰ ਨੂੰ ਮਾਰਨ ਵਾਸਤੇ, ਪਰ ਉਸ ਦਾ ਹਿਰਦਾ ਪਵਿੱਤਰ ਨਹੀਂ, ਉਸ ਦੇ ਮਨ ਦੇ ਵਿੱਚ ਖੋਟ ਹੈ। ਮਹਾਰਾਜ ਨੇ ਤਾਂ ਹੀ ਕਿਹਾ, ਸੀਸ ਨਿਵਾਇਆ ਕਿਆ ਥੀਏ ਜਾਂ ਹਿਰਦੈ ਕੁਸੁੱਧੇ ਜਾਏ। ਹੁਣ ਜਿਨ੍ਹਾਂ ਦੇ ਹਿਰਦੇ ਸੁੱਧ ਨਹੀਂ, ਜਿਨ੍ਹਾਂ ਦੇ ਹਿਰਦੇ ਵਿੱਚ ਕਪਟ ਹੈ, ਇਸੇ ਵਿਸ਼ੇ ਨੂੰ ਲੈ ਕੇ ਮਹਾਰਾਜ ਨੇ ਅੱਗੇ ਦੂਜੇ ਸ਼ਲੋਕ ਦੇ ਵਿੱਚ ਵੀ ਕੁਝ ਇਹਨਾਂ ਲੋਕਾਂ ਦਾ ਜ਼ਿਕਰ ਕੀਤਾ ਹੈ, ਜਿਹੜੇ ਕਿ ਬਾਹਰੋਂ ਦਿਖਾਵਾ ਤੇ ਧਰਮ ਦਾ ਕਰਦੇ ਨੇ, ਲੋਕਾਂ ਨੂੰ ਦਿਖਾਉਂਦੇ ਨੇ ਕਿ ਅਸੀਂ ਬੜੇ ਧਰਮੀ ਹਾਂ, ਵਸਤਰ ਵੀ ਇਹੋ ਜਿਹੇ ਪਾਉਂਦੇ ਨੇ, ਕੰਮ ਵੀ ਉਹੋ ਜਿਹੇ ਕਰਦੇ ਨੇ, ਪਰ ਅਸਲ ਦੇ ਵਿੱਚ ਉਹਨਾਂ ਨੂੰ ਉਸ ਅਕਾਲ ਪੁਰਖ ਦੇ ਰਾਹ ਦੀ ਗਿਆਨ ਹੀ ਨਹੀਂ, ਉਸ ਤੱਕ ਪੁੱਜਣ ਦੀ ਉਹਨਾਂ ਦੀ ਚਾਹ ਹੀ ਨਹੀਂ, ਇੱਛਾ ਹੀ ਨਹੀਂ। ਉਹਨਾਂ ਦਾ ਇੱਕੋ ਇੱਕ ਮਕਸਦ ਹੈ, ਲੋਕਾਂ ਨੂੰ ਭੁਲੇਖੇ ਵਿੱਚ ਪਾ ਕੇ ਆਪਣੇ ਪਿੱਛੇ ਲਗਾਉਣਾ ਅਤੇ ਮਾਇਆ ਇਕੱਠੀ ਕਰਨੀ। ਅੱਜ ਦੇ ਸ਼ਲੋਕ ਦੇ ਵਿੱਚ ਮਹਾਰਾਜ ਨੇ ਜੋ ਕੁਝ ਕਿਧਰੇ ਵੇਖਿਆ ਹੈ, ਉਸ ਨੂੰ ਵੇਖ ਕੇ ਮਹਾਰਾਜ ਨੇ ਫਿਰ ਉਪਦੇਸ਼ ਵਾਸਤੇ ਬਾਣੀ ਉਚਾਰਨ ਕੀਤੀ ਹੈ। ਜਿਹੜੇ ਲੋਕੀ ਇਸ ਮਾਰਗ 'ਤੇ ਕੁਰਾਹੇ ਤੁਰੇ ਹੋਏ ਨੇ, ਮਹਾਰਾਜ ਦਾ ਯਤਨ ਹੈ ਕਿ ਉਹ ਵੀ ਚੰਗੇ ਰਸਤੇ 'ਤੇ ਆ ਜਾਣ। ਇਸੇ ਕਰਕੇ ਮਹਾਰਾਜ ਨੇ ਇਸ ਸ਼ਲੋਕ ਦੇ ਵਿੱਚ ਜੋ ਕੁਝ ਸਾਨੂੰ ਦੱਸਿਆ ਹੈ, ਉਸ ਸਮੇਂ ਦੇ ਕੁਝ ਬ੍ਰਾਹਮਣਾਂ ਦੇ ਜਿਹੜੇ ਕੰਮ ਸਨ, ਉਹਨਾਂ ਨੂੰ ਵੇਖ ਕੇ ਮਹਾਰਾਜ ਨੇ ਸਾਨੂੰ ਦੱਸਿਆ ਹੈ। ਹੁਣੇ ਕਿਸੇ ਧਰਮ ਦੇ ਉੱਤੇ ਕੋਈ ਮਹਾਰਾਜ ਦਾ ਕਟਾਕਸ਼ ਨਹੀਂ, ਕਿਸੇ ਧਰਮ ਦੀ ਨਿੰਦਾ ਨਹੀਂ। ਇਹ ਉਹਨਾਂ ਮਨੁੱਖਾਂ ਵਾਸਤੇ ਹੈ ਜਿਹੜੇ ਕਿ ਧਰਮ ਦੇ ਨਾਂ ਦੇ ਉੱਤੇ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾਉਂਦੇ ਨੇ, ਉਹਨਾਂ ਦਾ ਲਾਭ ਚੁੱਕਦੇ ਨੇ। ਮਹਾਰਾਜ ਨੇ ਇੱਥੇ ਅਰਮਤਾ ਕੀਤੀ ਹੈ, ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ। ਕਹਿੰਦੇ ਨੇ ਕਿ ਜਿਹੜਾ ਬ੍ਰਾਹਮਣ ਹੈ, ਧਰਮ ਦੀਆਂ ਪੁਸਤਕਾਂ ਵੀ ਪੜ੍ਹਦਾ ਹੈ, ਸੰਧਿਆ ਵੀ ਕਰਦਾ ਹੈ, ਪਰ ਇੰਨਾ ਕੁਝ ਹੁੰਦਿਆਂ ਹੋਇਆ ਵੀ ਜਦੋਂ ਮੌਕਾ ਮਿਲਦਾ ਹੈ ਤੇ ਵਾਦ ਵਿਵਾਦ ਵੀ ਕਰਦਾ ਹੈ। ਹੁਣ ਸਨਾਤਨ ਧਰਮ ਦੇ ਵਿੱਚ ਸੰਧਿਆ ਜਿਹੜੀ ਹੈ, 3 ਟਾਈਮ ਦੀ ਪੂਜਾ ਮੰਨੀ ਗਈ ਹੈ। ਇੱਕ ਤੇ ਸਵੇਰ ਦੀ, ਇੱਕ ਦੁਪਹਿਰ ਨੂੰ ਜਦੋਂ ਦੂਜਾ ਤੇ ਤੀਜਾ ਪੈਰ ਮਿਲਦਾ ਹੈ, ਉਸ ਨੂੰ ਵੀ ਸੰਧਿਆ ਆਖਦੇ ਨੇ, ਅਤੇ ਇੱਕ ਸ਼ਾਮ ਦੀ। 3 ਸਮੇਂ ਦੀ ਜਿਹੜੀ ਇਹ ਪੂਜਾ ਹੈ, ਉਸ ਨੂੰ ਇਹ ਸੰਧਿਆ ਆਖਦੇ ਨੇ। ਕਹਿੰਦੇ ਨੇ ਸਨਾਤਨ ਧਰਮ ਦੇ ਅਨੁਸਾਰ ਜਿਹੜੇ ਕਰਮ ਨੇ, ਉਹ ਕਰਮ ਸਾਰੇ ਕਰ ਰਿਹਾ ਹੈ। ਸਿਲ ਪੂਜਸ ਬਗਲ ਸਮਾਦਮ,
ਸਿਲ ਪੂਜਾ ਦਾ ਅਰਥ ਹੈ ਮੂਰਤੀ ਦੀ ਪੂਜਾ ਵੀ ਕਰ ਰਿਹਾ ਹੈ, ਸਮਾਧੀ ਵੀ ਲਾ ਕੇ ਬੈਠਦਾ ਹੈ। ਪਰ ਉਹ ਸਮਾਧੀ ਕਿਹੋ ਜਿਹੀ ਹੈ? ਮਹਾਰਾਜ ਕਹਿੰਦੇ ਨੇ ਬਗੁਲ ਸਮਾਧਮ। ਬਗੁਲ ਦਾ ਅਰਥ ਹੈ ਬਗਲਾ। ਜਿਵੇਂ ਛੱਪੜ ਦੇ ਕਿਨਾਰੇ, ਨਦੀ ਦੇ ਕਿਨਾਰੇ ਬਗਲਾ ਕਿਤਨੀ ਦੇਰ ਇੱਕ ਲੱਤ 'ਤੇ ਖੜਾ ਰਹਿ ਕੇ ਆਪਣੇ ਸ਼ਿਕਾਰ ਦੀ ਤਲਾਸ਼ ਵਿੱਚ ਰਹਿੰਦਾ ਹੈ। ਦੇਖਣ ਨੂੰ ਇੰਝ ਜਾਪਦਾ ਹੈ ਜਿਵੇਂ ਬੜੇ ਡੂੰਘੇ ਧਿਆਨ ਵਿੱਚ ਮਗਨ ਹੈ, ਪਰ ਜਦੋਂ ਮੌਕਾ ਮਿਲਦਾ ਹੈ ਉਸੇ ਵੇਲੇ ਜਲ ਵਿੱਚੋਂ ਮੱਛੀ ਨੂੰ ਫੜ ਲੈਂਦਾ ਹੈ। ਇਹੋ ਜਿਹੀ ਜਿਹੜੀ ਸਮਾਧੀ ਹੈ ਇਸ ਨੂੰ ਮਹਾਰਾਜ ਨੇ ਬਗੁਲ ਸਮਾਧੀ ਆਖਿਆ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਕਿਹਾ ਹੈ, ਕਹਾਂ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ। ਬਕ ਧਿਆਨ, ਬਕ ਦਾ ਅਰਥ ਵੀ ਬਗਲਾ ਹੈ। ਮਹਾਰਾਜ ਕਹਿੰਦੇ ਨੇ ਕਿ ਬੈਠਦਾ ਹੈ ਸਮਾਧੀ ਲਾ ਕੇ, ਪਰ ਇਹ ਸਮਾਧੀ ਉਸਦੀ ਜਿਹੜੀ ਹੈ ਬਗਲੇ ਵਰਗੀ ਹੈ। ਅਤੇ ਹੋਰ ਕੀ ਕਰਦਾ ਹੈ? ਮੁਖ ਝੂਠ ਵਿਭੂਖ ਅਨਸਾਰੰ। ਕਹਿੰਦੇ ਨੇ ਮੁਖ ਦੇ ਵਿੱਚੋਂ ਜੋ ਕੁਝ ਕਹਿੰਦਾ ਹੈ ਲੋਕਾਂ ਨੂੰ ਬੜਾ ਚੰਗਾ ਲੱਗਦਾ ਹੈ। ਲੋਕੀ ਸੋਚਦੇ ਨੇ ਬੜਾ ਅੱਛਾ ਬੋਲ ਰਿਹਾ ਹੈ, ਸੱਚ ਬੋਲ ਰਿਹਾ ਹੈ, ਪਰ ਮਹਾਰਾਜ ਕਹਿੰਦੇ ਨੇ ਵਿਭੂਖ ਅਨਸਾਰੰ। ਇੰਝ ਜਾਪਦਾ ਹੈ ਜਿਵੇਂ ਸੋਨੇ ਦੇ ਉੱਤੇ, ਲੋਹੇ ਦੇ ਉੱਤੇ ਸੋਨੇ ਦਾ ਪਾਲਿਸ਼ ਕਰਕੇ ਆਭੂਸ਼ਣ ਕੋਈ ਦੇ ਦੇਵੇ, ਲੋਹੇ ਨੂੰ ਸੋਨਾ ਕਰਕੇ ਲੋਕਾਂ ਦੇ ਸਾਹਮਣੇ ਪੇਸ਼ ਕਰ ਰਿਹਾ ਹੈ, ਕਿਉਂਕਿ ਮਨ ਦੇ ਵਿੱਚ ਕਪਟ ਹੈ। ਅੱਗੇ ਮਹਾਰਾਜ ਕਹਿੰਦੇ ਨੇ ਤ੍ਰੈਪਾਲ ਤੇ ਹਾਲ ਵਿਚਾਰੰ। ਤ੍ਰੈਪਾਲ ਦਾ ਅਰਥ ਹੁੰਦਾ ਹੈ ਗਾਇਤਰੀ ਮੰਤਰ। ਗਾਇਤਰੀ ਮੰਤਰ ਦੇ ਵਿੱਚ 8 ਸ਼ਬਦਾਂ ਦੇ 3 ਚਰਨ ਨੇ, ਇਸ ਕਰਕੇ ਇਸ ਨੂੰ ਤ੍ਰੈਪਾਲ ਕਿਹਾ ਜਾਂਦਾ ਹੈ। ਤੇ ਹਾਲ ਦਾ ਅਰਥ ਹੋ ਗਿਆ 3 ਵਾਰੀ, ਜਿਹੜੀਆਂ 3 ਸੰਧਿਆਂ ਹੁੰਦੀਆਂ ਨੇ। ਕਹਿੰਦੇ ਨੇ 3 ਵਾਰੀ ਇਹ ਗਾਇਤਰੀ ਮੰਤਰ ਦਾ ਪਾਠ ਵੀ ਕਰਦਾ ਹੈ, ਵਿਚਾਰ ਵੀ ਕਰਦਾ ਹੈ। ਫਿਰ ਮਹਾਰਾਜ ਕਹਿੰਦੇ ਨੇ ਗਲ ਮਾਲਾ ਤਿਲਕ ਲੀਲਾਟੰ। ਗਲੇ ਦੇ ਵਿੱਚ ਮਾਲਾ ਵੀ ਪਾਈ ਹੋਈ ਹੈ, ਮੱਥੇ ਦੇ ਉੱਤੇ ਵੱਡਾ ਸਾਰਾ ਤਿਲਕ ਵੀ ਲਾਇਆ ਹੋਇਆ ਹੈ। ਦੋਏ ਧੋਤੀ ਵਸਤਰ ਕਪਾਟੰ, ਜੋ ਕਿ ਇਹਨਾਂ ਦੀ ਸ਼ਾਸਤਰਾਂ ਦੇ ਅਨੁਸਾਰ ਦੱਸੀ ਹੋਈ ਰੀਤ ਹੈ। 2 ਧੋਤੀਆਂ ਵੀ ਨਾਲ ਰੱਖਦਾ ਹੈ, ਅਤੇ ਜਦੋਂ ਵੇਦਾਂ ਆਦਿ ਦਾ ਪਾਠ ਕਰਦਾ ਹੈ ਤੇ ਸਿਰ ਦੇ ਉੱਤੇ ਕੱਪੜਾ ਵੀ ਰੱਖਦਾ ਹੈ। ਮਹਾਰਾਜ ਕਹਿੰਦੇ ਨੇ ਇੰਨੇ ਕਰਮ ਇਹ ਕਰਦਾ ਹੈ, ਪਰ ਇਸ ਨੂੰ ਬ੍ਰਹਮ ਦਾ ਗਿਆਨ ਨਹੀਂ, ਪਰਮਾਤਮਾ ਦਾ ਗਿਆਨ ਨਹੀਂ। ਮਨ ਦੇ ਵਿੱਚ ਕਪਟ ਲੈ ਕੇ ਇਹ ਸਾਰੇ ਕਰਮ ਉੱਤੋਂ ਕਰ ਰਿਹਾ ਹੈ। ਮਹਾਰਾਜ ਕਹਿੰਦੇ ਨੇ ਜੇ ਇਸ ਨੂੰ ਪਤਾ ਹੁੰਦਾ ਕਿ ਅਸਲ ਪਰਮਾਤਮਾ ਦਾ ਗਿਆਨ ਕੀ ਹੈ, ਉਸ ਦੇ ਕਰਮ ਕੀ ਨੇ, ਕੀ ਕਰਨਾ ਚਾਹੀਦਾ ਹੈ ਉਸ ਨੂੰ ਪ੍ਰਾਪਤ ਕਰਨ ਦੇ ਵਾਸਤੇ, ਜੇ ਜਾਣਸ ਬ੍ਰਹਮੰ ਕਰਮੰ, ਜੇ ਇਹ ਜਾਣਦਾ ਪਰਮਾਤਮਾ ਵਾਸਤੇ ਕੀ ਕੰਮ ਕਰਨੇ ਚਾਹੀਦੇ ਨੇ, ਫਿਰ ਮਹਾਰਾਜ ਕਹਿੰਦੇ ਇਹਨੂੰ ਸਮਝ ਪੈ ਜਾਂਦੀ ਕਿ ਜੋ ਕੁਝ ਤੂੰ ਕਰ ਰਿਹਾ ਹੈ ਸਭ ਫੋਕਟ ਨਿਸ਼ਚੋ ਕਰਮੰ। ਇਹ ਜਿਤਨੇ ਵੀ ਤੂੰ ਕੰਮ ਕਰ ਰਿਹਾ ਹੈ ਸਾਰੇ ਫੋਕਟ ਕਰਮ ਨੇ, ਇਹਨਾਂ ਦੇ ਨਾਲ ਕੁਝ ਪ੍ਰਾਪਤ ਨਹੀਂ ਹੋਣਾ। ਹੁਣ ਇਹ ਜੋ ਕੁਝ ਮਹਾਰਾਜ ਨੇ ਕਿਹਾ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਦੇਖੀਏ, ਭਗਤ ਭੀਖਣ ਜੀ, ਭਗਤ ਬੇਣੀ ਜੀ, ਜਿਹੜੇ ਕਿ ਆਪ ਬ੍ਰਾਹਮਣ ਸਨ, ਉਹਨਾਂ ਦੇ 3 ਸ਼ਬਦ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ। ਇਹ ਸ਼ਲੋਕ ਦੀ ਵਿਆਖਿਆ ਉਹਨਾਂ ਨੇ ਬੜੀ ਸੋਹਣੀ ਕੀਤੀ ਹੈ ਆਪਣੇ ਸ਼ਬਦ ਦੇ ਵਿੱਚ। ਗੱਲਾਂ ਸਾਰੀਆਂ ਇਹੀ ਨੇ, ਪਰ ਭਗਤ ਜੀ ਨੇ ਬੜੇ ਵਿਸਥਾਰ ਨਾਲ ਆਖੀਆਂ ਨੇ। ਆਪ ਬ੍ਰਾਹਮਣ ਨੇ, ਅਜੇ ਦੂਜੇ ਬ੍ਰਾਹਮਣ ਕੀ ਕੁਝ ਕਰ ਰਹੇ ਨੇ ਵੇਖ ਕੇ ਉਹਨਾਂ ਨੂੰ ਵੀ ਇਹ ਗੱਲ ਚੰਗੀ ਨਹੀਂ ਲੱਗੀ, ਅਤੇ ਉਹਨਾਂ ਨੇ ਫਿਰ ਉਚਾਰਨ ਕਰ ਦਿੱਤਾ। ਕਹਿੰਦੇ ਤਨ ਚੰਦਨ ਮਸਤਕ ਪਾਤੀ, ਹਿਰਦੇ ਅੰਤਰ ਕਰਤਲ ਬਾਤੀ। ਕਹਿੰਦੇ ਨੇ ਆਪਣੇ ਸਰੀਰ ਦੇ ਉੱਤੇ ਚੰਦਨ ਲਾਇਆ ਹੋਇਆ ਹੈ, ਮਸਤਕ ਦੇ ਉੱਤੇ ਤੁਲਸੀ ਦੇ ਪੱਤੇ ਲਗਾਉਂਦੇ ਨੇ, ਪਰ ਜਿਹੜੇ ਹਿਰਦੇ ਦੇ ਅੰਦਰ ਤੁਹਾਡੇ ਛੁਰੀ ਹੈ, ਕਿਵੇਂ ਦੂਜਿਆਂ ਨੂੰ ਕੱਟਿਆ ਜਾਏ, ਕਿਵੇਂ ਦੂਜਿਆਂ ਨੂੰ ਠੱਗਿਆ ਜਾਏ, ਇਹ ਚੱਲਦਾ ਹੈ ਤੁਹਾਡੇ ਹਿਰਦੇ ਦੇ ਵਿੱਚ। ਠੱਗ ਦਿਸ਼ਟ ਬਗਾ ਲਿਓ ਲਾਗਾ। ਤੁਹਾਡੀ ਦ੍ਰਿਸ਼ਟੀ ਠੱਗਾਂ ਵਾਲੀ ਹੈ, ਅਤੇ ਲਿਵ ਜਿਹੜੀ ਤੁਹਾਡੀ ਹੈ, ਧਿਆਨ ਜਿਹੜਾ ਤੁਹਾਡਾ ਹੈ ਉਹ ਬਗਲੇ ਵਾਲਾ ਹੈ।
ਉਹੀ ਗੱਲਾਂ ਜੋ ਗੁਰੂ ਨਾਨਕ ਦੇਵ ਮਹਾਰਾਜ ਕਹਿ ਰਹੇ ਨੇ, ਭਗਤ ਬੇਣੀ ਜੀ ਵੀ ਕਹਿ ਰਹੇ ਨੇ। ਦੇਖ ਵੈਸ਼ਨੋ ਪ੍ਰਾਣ ਜੀਵ ਭਾਗਾ, ਕਹਿੰਦੇ ਤੁਹਾਡਾ ਜਿਹੜਾ ਖਾਣਾ ਪੀਣਾ ਹੈ, ਤੁਸੀਂ ਕਹਿੰਦੇ ਹੋ ਅਸੀਂ ਵੈਸ਼ਨੋ ਹਾਂ, ਪਰ ਜੇ ਕੋਈ ਅਸਲ ਦੇ ਵਿੱਚ ਵੇਖ ਲਵੇ ਤੇ ਜੀ ਦੇ ਪ੍ਰਾਣ ਜਿਹੜੇ ਨੇ ਮੂੰਹ ਤੇ ਆ ਜਾਂਦੇ ਨੇ। ਇਹੋ ਜਿਹਾ ਤੁਹਾਡਾ ਖਾਣਾ ਹੈ। ਕੱਲ ਭਗਵਤ ਬੰਦ ਚਰਾਨਮ, ਕਹਿੰਦੇ ਤੁਸੀਂ ਮੂਰਤੀ ਦੇ ਅੱਗੇ ਬੈਠ ਕੇ ਬੜੀ ਦੇਰ ਇਹ ਵੀ ਦਿਖਾਉਂਦੇ ਹੋ ਕਿ ਅਸੀਂ ਆਰਾਧਨਾ ਕਰ ਰਹੇ ਹਾਂ, ਪਰ ਹੈ ਕਿ ਕੂੜ ਦ੍ਰਿਸ਼ਟ ਰਹਾ ਨਿਸਬਾਦੰ, ਪਰ ਜਿਹੜੀ ਤੁਹਾਡੀ ਦ੍ਰਿਸ਼ਟੀ ਹੈ ਉਸ ਦੇ ਵਿੱਚ ਕਰੂਰਤਾ ਹੈ, ਦੂਜਿਆਂ ਨੂੰ ਠਗਣ ਦੀ ਵਰਤੀ ਹੈ ਉਸ ਦੇ ਵਿੱਚ। ਨਿਤ ਪ੍ਰਤੀ ਇਸ਼ਨਾਨ ਸਰੀਰੰ, ਕਹਿੰਦੇ ਨੇ ਰੋਜ਼ ਸਰੀਰ ਨੂੰ ਸਵੱਛ ਕਰਨ ਵਾਸਤੇ ਇਸ਼ਨਾਨ ਵੀ ਕਰਦੇ ਹੋ। ਦੋਏ ਧੋਤੀ ਕਰਮ ਮੁਖ ਖੀਰੰ, ਦੋ ਧੋਤੀਆਂ ਨਾਲ ਰੱਖਦੇ ਹੋ। ਅਤੇ ਕਈ ਵਾਰੀ ਲੋਕਾਂ ਨੂੰ ਕਹਿੰਦੇ ਹੋ ਮੈਂ ਹੋਰ ਕੁਝ ਨਹੀਂ ਖਾਂਦਾ, ਮੈਂ ਸਿਰਫ ਦੁੱਧ ਹੀ ਪੀਂਦਾ ਹਾਂ। ਹਿਰਦੈ ਛੁਰੀ ਸੰਧਿਆਨੀ ਪਰ ਦਰਬ ਹਿਰਨ ਕੀ ਬਾਣੀ, ਕਹਿੰਦੇ ਤੁਹਾਡੇ ਹਿਰਦੇ ਦੇ ਵਿੱਚ ਛੁਰੀ ਸੰਭਾਲ ਕੇ ਰੱਖੀ ਹੈ, ਤੁਸੀਂ ਤਿਆਰੀ ਕਰ ਰੱਖੀ ਹੈ। ਕਿਸ ਵੇਲੇ ਮੇਰੇ ਕੋਲ ਕੋਈ ਆਵੇ ਤੇ ਮੈਂ ਉਸ ਨੂੰ ਹਲਾਲ ਕਰਾਂ, ਮੈਂ ਉਸ ਨੂੰ ਜ਼ਿਬਾ ਕਰਕੇ ਉਸ ਨੂੰ ਠੱਗ ਲਵਾਂ, ਉਹਦਾ ਧਨ ਲੈ ਲਵਾਂ। ਪਰ ਦਰਬ ਹਿਰਨ ਕੀ ਬਾਣੀ, ਤੁਹਾਡੀ ਆਦਤ ਹੈ ਦੂਜੇ ਦਾ ਧਨ ਕਿਸੇ ਤਰੀਕੇ ਨਾਲ ਤੁਹਾਡੇ ਕੋਲ ਆ ਜਾਏ। ਸਿਲ ਪੂਜਾ ਚੱਕਰ ਗਣੇਸ਼ਨ, ਕਹਿੰਦੇ ਨੇ ਮੂਰਤੀ ਪੂਜਾ ਵੀ ਕਰਦੇ ਹੋ, ਸਰੀਰ ਦੇ ਉੱਤੇ ਗਣੇਸ਼ ਜੀ ਦੀਆਂ ਨਿਸ਼ਾਨੀਆਂ ਵੀ ਲਾਈਆਂ ਹੋਈਆਂ ਨੇ। ਨਿਸਜਾਗਸ ਭਗਤ ਪਰਵੇਸ਼ੰ, ਲੋਕਾਂ ਨੂੰ ਦਿਖਾਉਣ ਵਾਸਤੇ ਰਾਤ ਨੂੰ ਜਾਗਦੇ ਵੀ ਹੋ ਅਤੇ ਇਹ ਵੀ ਦਿਖਾਉਂਦੇ ਹੋ ਕਿ ਮੇਰੇ ਅੰਦਰ ਕਿਤਨੀ ਵੱਡੀ ਭਗਤੀ ਹੈ। ਪਗਨਾਚਸ ਚਿੱਤਰ ਅਕਰਨਮ, ਅਤੇ ਕਹਿੰਦੇ ਕਈ ਵਾਰੀ ਤੇ ਤੁਸੀਂ ਮੂਰਤੀਆਂ ਦੇ ਅੱਗੇ ਨਿਰਤ ਵੀ ਕਰਦੇ ਹੋ, ਨਾਚਦੇ ਵੀ ਹੋ ਆਪਣੀ ਭਗਤੀ ਨੂੰ ਦਿਖਾਉਣ ਵਾਸਤੇ। ਪਰ ਭਗਤ ਜੀ ਕਹਿੰਦੇ ਨੇ ਇਹ ਲੰਪਟ ਨਾਚ ਅਧਰਨਮ, ਕਹਿੰਦੇ ਹੇ ਪਾਪੀ ਇਹ ਤੇਰਾ ਜਿਹੜਾ ਨੱਚਣਾ ਹੈ ਨਾ ਇਹ ਅਧਰਮ ਹੈ, ਇਹ ਕੋਈ ਧਰਮ ਦਾ ਕੰਮ ਨਹੀਂ। ਮਿਰਗ ਆਸਣ ਤੁਲਸੀ ਮਾਲਾ ਕਰ ਉਜਲ ਤਿਲਕ ਕਪਾਲਾ, ਕਹਿੰਦੇ ਮਿਰਗ ਦੀ ਛਾਲ ਦੇ ਉੱਤੇ ਬੈਠ ਕੇ ਤੁਲਸੀ ਦੀ ਮਾਲਾ ਪਾ ਕੇ ਮੱਥੇ ਦੇ ਉੱਤੇ ਵੱਡਾ ਸਾਰਾ ਤਿਲਕ ਲਗਾ ਕੇ, ਪਰ ਹਿਰਦੈ ਕੂੜ ਕੰਠ ਰੁਦਰਾਖਣ, ਹਿਰਦੇ ਦੇ ਵਿੱਚ ਝੂਠ ਹੈ, ਪਰ ਗਲੇ ਦੇ ਵਿੱਚ ਤੁਸੀਂ ਰੁਦਰਾਕਸ਼ ਦੀ ਮਾਲਾ ਪਾਈ ਹੋਈ ਹੈ। ਰੇ ਲੰਪਟ ਕ੍ਰਿਸ਼ਨ ਅਭਾਖਨ, ਹੇ ਪਾਪੀ ਕਦੇ ਤੂੰ ਪਰਮਾਤਮਾ ਦਾ ਨਾਮ ਤੇ ਜਪਦਾ ਹੀ ਨਹੀਂ, ਅੰਦਰੋਂ ਉੱਤੋਂ ਵਿਖਾਵਾ ਕਰਦਾ ਹੈ। ਭਗਤ ਜੀ ਅਖੀਰ 'ਚ ਕਹਿੰਦੇ ਨੇ ਜਿਨ ਆਤਮ ਤਤ ਨਾ ਚੀਨਿਆ ਸਭ ਫੋਕਟ ਧਰਮ ਅਭੀਨਿਆ, ਜਿਸ ਨੇ ਆਤਮ ਤੱਤ ਨੂੰ ਨਹੀਂ ਸਮਝਿਆ, ਜਿਸ ਨੇ ਪਰਮਾਤਮਾ ਦੇ ਅਸਲ ਗਿਆਨ ਨੂੰ ਨਹੀਂ ਸਮਝਿਆ, ਮਹਾਰਾਜ ਕਹਿੰਦੇ ਨੇ ਕਿ ਉਹ ਸਾਰੇ ਕਰਮ ਜਿਹੜੇ ਨੇ ਫੋਕਟ ਨੇ। ਕਹੋ ਬੇਣੀ ਗੁਰਮੁਖ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ, ਮਹਾਰਾਜ ਨੇ ਵੀ ਇਸ ਸ਼ਲੋਕ ਦੇ ਅਖੀਰ ਦੇ ਵਿੱਚ ਇਹੀ ਬਖਸ਼ਿਸ਼ ਕੀਤੀ ਹੈ ਕਿ ਜਿਹੜਾ ਗੁਰੂ ਦੀ ਰਾਹੀਂ ਉਸ ਅਕਾਲ ਪੁਰਖ ਦੀ ਉਸਤਤ ਕਰਦਾ ਹੈ, ਉਸ ਨੂੰ ਧਿਆਉਂਦਾ ਹੈ, ਉਸ ਨੂੰ ਹੀ ਉਸ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਪਰ ਬਿਨਾਂ ਗੁਰੂ ਤੇ ਉਸ ਦਾ ਰਾਹ ਜਿਹੜਾ ਹੈ ਉਹ ਲੱਭਦਾ ਨਹੀਂ। ਮਹਾਰਾਜ ਇੱਥੇ ਹੀ ਕਹਿ ਰਹੇ ਨੇ ਕਹੋ ਨਾਨਕ ਨੇ ਚੋ ਧਿਆਵੈ ਵਿਨ ਸਤਿਗੁਰ ਵਾਟ ਨਾ ਪਾਵੈ, ਕਹਿੰਦੇ ਨੇ ਕਿ ਗੁਰਮਤਿ ਦਾ ਜਿਹੜਾ ਸਿਧਾਂਤ ਹੈ ਉਹ ਸੰਸਾਰ ਮਨ ਦੇ ਵਿੱਚ ਸ਼ਰਧਾ ਰੱਖ ਕੇ, ਮਨ ਦੇ ਵਿੱਚ ਨਿਸ਼ਚਾ ਰੱਖ ਕੇ ਜਿਹੜਾ ਮਨੁੱਖ ਪਰਮਾਤਮਾ ਨੂੰ ਯਾਦ ਕਰਦਾ ਹੈ, ਜਿਸ ਦਾ ਸਿਮਰਨ ਕਰਦਾ ਹੈ, ਉਹੀ ਫਿਰ ਉਸ ਅਕਾਲ ਪੁਰਖ ਤੱਕ ਪੁੱਜਦਾ ਹੈ। ਹੁਣ ਇਹ ਨਿਸ਼ਚਾ ਜਿਹੜਾ ਹੈ, ਸ਼ਰਧਾ ਜਿਹੜੀ ਹੈ, ਬਣੇ ਕਿਵੇਂ ਸਾਨੂੰ ਸਮਝ ਲੱਗੇ। ਮਹਾਰਾਜ ਕਹਿੰਦੇ ਨੇ ਬਿਨ ਸਤਿਗੁਰ ਵਾਟ ਨਾ ਪਾਵੇ, ਇਹ ਜਿਹੜਾ ਮਾਰਗ ਹੈ ਇਹ ਬਿਨਾਂ ਗੁਰੂ ਤੋਂ ਪ੍ਰਾਪਤ ਨਹੀਂ ਹੁੰਦਾ। ਬਿਨਾਂ ਗੁਰੂ ਦੀ ਸਹਾਇਤਾ ਤੋਂ ਸਾਨੂੰ ਇਸ ਗੱਲ ਦੀ ਸਮਝ ਨਹੀਂ ਲੱਗ ਸਕਦੀ ਕਿਵੇਂ ਅਸੀਂ ਆਪਣੇ ਹਿਰਦੇ ਦੇ ਵਿੱਚ ਆਪਣੇ ਗੁਰੂ ਵਾਸਤੇ, ਉਸ ਅਕਾਲ ਪੁਰਖ ਵਾਸਤੇ ਪ੍ਰਤੀਤ ਉਤਪੰਨ ਕਰੀਏ, ਵਿਸ਼ਵਾਸ ਉਤਪੰਨ ਕਰੀਏ ਅਤੇ ਮਨ ਕਰਕੇ ਉਸ ਦੇ ਨਾਲ ਜੁੜੀਏ। ਜਿਸ ਦੇ ਜਦ ਤੱਕ ਮਨੋਂ ਦੇ ਵਿੱਚ ਪ੍ਰਤੀਤ ਨਹੀਂ, ਜਦ ਤੱਕ ਹਿਰਦੇ ਦੇ ਵਿੱਚ ਵਿਸ਼ਵਾਸ ਨਹੀਂ, ਉਸ ਸਮੇਂ ਤੱਕ ਸਾਡੇ ਕੀਤੇ ਹੋਏ ਕੰਮ ਜਿਹੜੇ ਨੇ ਉਹ ਵੀ ਵਿਅਰਥੀ ਨੇ। ਹੁਣ ਇਹ ਜਿਹੜਾ ਕੁਝ ਮਹਾਰਾਜ ਨੇ ਉਪਦੇਸ਼ ਕੀਤਾ ਹੈ ਖਾਲੀ ਬ੍ਰਾਹਮਣਾਂ ਵਾਸਤੇ ਜਾਂ ਹੋਰ ਦੂਜੇ ਲੋਕਾਂ ਵਾਸਤੇ ਹੀ ਨਹੀਂ। ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਗੱਲ ਸਪਸ਼ਟ ਕਰ ਦਿੱਤੀ। ਕਹਿੰਦੇ ਹੈ ਮੇਰੇ ਗੁਰਸਿੱਖੋ, ਤੁਸੀਂ ਵੀ
ਅੰਤਰ ਕਪਟ ਚੁਕਾਹੋ ਮੇਰੇ ਗੁਰਸਿੱਖੋ, ਨੇ ਕਮਟ ਕਪਾਓ ਹਰ ਕੀ ਹਰ ਹਾਲ। ਕਹਿੰਦੇ ਨੇ ਜੇ ਤੁਹਾਡੇ ਹਿਰਦੇ ਦੇ ਵਿੱਚ ਵੀ ਕਪਟ ਹੈ ਤਾਂ ਉਸ ਕਪਟ ਨੂੰ ਬਾਹਰ ਕੱਢ ਦਿਓ, ਉਸ ਕਪਟ ਨੂੰ ਆਪਣੇ ਹਿਰਦੇ ਦੇ ਵਿੱਚੋਂ ਨਿਕਾਲ ਦਿਓ ਅਤੇ ਉਸ ਅਕਾਲ ਪੁਰਖ ਦੀ ਜਿਹੜੀ ਆਰਾਧਨਾ ਕਰਨੀ ਹੈ, ਉਸ ਦੀ ਜਿਹੜੀ ਸੇਵਾ ਕਰਨੀ ਹੈ, ਉਹ ਨਿਕਪਟ ਹੋ ਕੇ ਕਰਨੀ ਹੈ। ਮਨ ਦੇ ਵਿੱਚ ਕੋਈ ਕਪਟ ਨਹੀਂ ਹੋਣਾ ਚਾਹੀਦਾ, ਜੋ ਕੁਝ ਬਾਹਰ ਹੈ ਉਹੀ ਅੰਦਰ ਹੋਣਾ ਚਾਹੀਦਾ ਹੈ। ਅਤੇ ਫਿਰ ਕੀ ਹੋਏਗਾ? ਮਹਾਰਾਜ ਕਹਿੰਦੇ ਨੇ ਨਿਹਾਲ ਨਿਹਾਲ ਨਿਹਾਲ, ਤਿੰਨੇ ਕਾਲ ਵਿੱਚ ਤੂੰ ਨਿਹਾਲ ਹੋ ਜਾਏਗਾ, ਤੇਰਾ ਭਲਾ ਹੋ ਜਾਏਗਾ, ਤੂੰ ਉਸ ਅਕਾਲ ਪੁਰਖ ਦੇ ਦਰ 'ਤੇ ਸਵੀਕਾਰ ਹੋ ਜਾਏਗਾ। ਮਹਾਰਾਜ ਨੇ ਬਾਣੀ ਵਿੱਚ ਥਾਂ ਥਾਂ 'ਤੇ ਸਾਨੂੰ ਉਪਦੇਸ਼ ਕੀਤਾ ਹੈ। ਮਹਾਰਾਜ ਕਹਿੰਦੇ ਨੇ ਹਿਰਦੇ ਕਪਟ ਮੁਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਣੀ। ਕਹਿੰਦੇ ਨੇ ਵੈਸੇ ਤਾਂ ਆਪਣੇ ਆਪ ਨੂੰ ਬਹੁਤ ਗਿਆਨੀ ਆਖਵਾਉਂਦਾ ਹੈ, ਲੋਕਾਂ ਨੂੰ ਉਪਦੇਸ਼ ਵੀ ਕਰਦਾ ਹੈ, ਪਰ ਹਿਰਦੇ ਦੇ ਵਿੱਚ ਜੇ ਕਪਟ ਹੈ ਤੇ ਇੰਜ ਜਾਣ ਲਓ ਕਿ ਤੂੰ ਪਾਣੀ ਨੂੰ ਵਿਰੋ ਰਿਹਾ ਹੈ। ਹੁਣ ਪਾਣੀ ਨੂੰ ਰਿੜਕੀ ਜਾਓ, ਪਾਣੀ ਦੇ ਵਿੱਚੋਂ ਕੋਈ ਨਿਕਲਣਾ ਥੋੜ੍ਹੀ ਹੈ। ਜੇ ਕੋਈ ਪ੍ਰਾਪਤ ਕਰਨਾ ਹੈ, ਅੰਮ੍ਰਿਤ ਨਿਕਲਣਾ ਹੈ, ਘਿਓ ਨਿਕਲਣਾ ਹੈ, ਮੱਖਣ ਨਿਕਲਣਾ ਹੈ ਤੇ ਦੁੱਧ ਰਿੜਕਣਾ ਪਏਗਾ ਨਾ। ਪਾਣੀ ਰਿੜਕਣ ਨਾਲ ਕੁਝ ਨਹੀਂ ਪ੍ਰਾਪਤ ਹੁੰਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਹਿਰਦੇ ਦੇ ਵਿੱਚ ਨਿਕਪਟ ਹੋਣਾ ਹੈ, ਹਿਰਦਾ ਸ਼ੁੱਧ ਹੋਣਾ ਹੈ, ਕੁਸ਼ੁੱਧ ਨਹੀਂ ਹੋਣਾ। ਜੇ ਹਿਰਦਾ ਕੁਸ਼ੁੱਧ ਹੈ ਤੇ ਫਿਰ ਕੁਝ ਪ੍ਰਾਪਤ ਨਹੀਂ ਹੁੰਦਾ, ਸਾਰੀ ਘਾਲਨਾ ਜਿਹੜੀ ਹੈ ਉਹ ਵਿਅਰਥ ਹੋ ਜਾਂਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਹੜੇ ਛੱਕੇ ਉਚਾਰਨ ਕੀਤੇ ਨੇ, ਜਿਹੜੇ ਕਿ ਆਸਾ ਦੀ ਵਾਰ ਦੇ ਵਿੱਚ ਰਾਗੀ ਸਿੰਘ ਆਉਂਦੇ ਨੇ, ਉਸ ਦੇ ਵਿੱਚ ਵੀ ਮਹਾਰਾਜ ਨੇ ਬਖਸ਼ਿਸ਼ ਕਰਕੇ ਦੱਸਿਆ ਸਾਨੂੰ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਬਾਤ ਕਰ, ਨਹੀਂ ਹਰ ਹਰ ਪੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ। ਕਹਿੰਦੇ ਨੇ ਜੇ ਅੰਦਰ ਕਪਟ ਹੈ, ਵਿਕਾਰ ਹੈ, ਤੇ ਤੁਹਾਡਾ ਗਾਉਣਾ ਕੀਰਤਨ ਕਰਨਾ ਇਹ ਸਾਰਾ ਇੰਝ ਸਮਝ ਲਓ ਜਿਵੇਂ ਰੋਣਾ ਹੀ ਹੈ, ਔਰ ਕੁਝ ਵੀ ਨਹੀਂ ਹੈ। ਪਰ ਮਹਾਰਾਜ ਕਹਿੰਦੇ ਨੇ ਉਹ ਅਕਾਲ ਪੁਰਖ ਜਿਹੜਾ ਹੈ ਬਹੁਤ ਬੇਅੰਤ ਹੈ, ਉਹ ਤੇਰੇ ਹਿਰਦੇ ਵਿੱਚ ਕੀ ਚੱਲ ਰਿਹਾ ਹੈ ਸਭ ਕੁਝ ਜਾਣਦਾ ਹੈ। ਤੂੰ ਕੀ ਸੋਚ ਰਿਹਾ ਹੈ ਉਸ ਨੂੰ ਪਤਾ ਹੈ। ਹਰ ਕਰਤਾ ਸਭ ਕੁਝ ਜਾਣਦਾ, ਸਿਰ ਰੋਗ ਹੱਥ ਜੀਜੈ। ਭਾਵੇਂ ਤੂੰ ਆਪਣੇ ਦੋਖਾਂ ਨੂੰ ਛੁਪਾਉਣ ਦਾ ਯਤਨ ਕਰਦਾ ਹੈ, ਪਰ ਉਹ ਕਰਤਾ ਸਭ ਕੁਝ ਜਾਣਦਾ ਹੈ। ਮਹਾਰਾਜ ਕਹਿੰਦੇ ਨੇ ਜੇ ਨਾਨਕ ਗੁਰਮੁਖ ਹਿਰਦਾ ਸੁਧ ਹੈ, ਹਰ ਭਗਤ ਹਰ ਲੀਜੈ। ਜਿਨ੍ਹਾਂ ਦਾ ਹਿਰਦਾ ਸ਼ੁੱਧ ਹੈ, ਪਵਿੱਤਰ ਹੈ, ਉਹਨਾਂ ਨੂੰ ਹੀ ਪਰਮਾਤਮਾ ਦੀ ਭਗਤੀ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਸੋ ਇਹ ਉਪਦੇਸ਼ ਜਿਹੜਾ ਮਹਾਰਾਜ ਸਾਨੂੰ ਵੀ ਕਰ ਰਹੇ ਨੇ, ਸਾਨੂੰ ਵੀ ਕਹਿ ਰਹੇ ਨੇ ਕਿ ਹਿਰਦਾ ਪਵਿੱਤਰ ਰੱਖਣਾ ਹੈ, ਹਿਰਦਾ ਸ਼ੁੱਧ ਕਰਕੇ ਤਾਂ ਹੀ ਉਸ ਮਾਰਗ 'ਤੇ ਤੁਰਨਾ ਹੈ। ਹੁਣ ਹਿਰਦਾ ਪਵਿੱਤਰ ਹੋਣਾ ਕੀ ਹੈ, ਹਿਰਦਾ ਸ਼ੁੱਧ ਹੋਣਾ ਕੀ ਹੈ? ਮਨ ਦੇ ਜਿਹੜੇ ਸਾਡੇ ਭਾਵ ਨੇ ਉਹ ਪੋਜ਼ਿਟਿਵ ਹੋਣੇ ਚਾਹੀਦੇ ਨੇ। ਮਨ ਦੇ ਵੀ ਸਾਡੇ ਕਿਸੇ ਵਾਸਤੇ ਬੁਰਾਈ ਨਹੀਂ ਹੋਣੀ ਚਾਹੀਦੀ, ਕਿਸੇ ਵਾਸਤੇ ਘਿਰਣਾ ਨਹੀਂ ਹੋਣੀ ਚਾਹੀਦੀ, ਕਿਸੇ ਵਾਸਤੇ ਅਸੀਂ ਕਦੇ ਕਿਸੇ ਦਾ ਬੁਰਾ ਨਾ ਚਿਤਵੀਏ। ਮਹਾਰਾਜ ਕਹਿੰਦੇ ਨੇ ਨਾ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਕਹਿੰਦੇ ਨੇ ਜੇ ਤੂੰ ਦੂਜਿਆਂ ਦਾ ਬੁਰਾ ਨਹੀਂ ਸੋਚੇਗਾ, ਨਹੀਂ ਚਿਤਵੇਂਗਾ, ਤੈਨੂੰ ਵੀ ਕੋਈ ਦੁੱਖ ਨਹੀਂ ਲੱਗੇਗਾ। ਪੌੜੀ ਦੇ ਵਿੱਚ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਕਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਕਹਿੰਦੇ ਨੇ ਕਿਉਂਕਿ ਮਨ ਨਿਰਮਲ ਕਰਕੇ ਪਰਮਾਤਮਾ ਦੀ ਆਰਾਧਨਾ ਕਰਨੀ, ਉਸ ਦੀ ਸਿਫਤੋ ਸਲਾਹ ਕਰਨੀ, ਉਸ ਨੂੰ ਯਾਦ ਕਰਨਾ ਕਿਉਂ ਜ਼ਰੂਰੀ ਹੈ? ਕਹਿੰਦੇ ਇਸ ਵਾਸਤੇ ਕਿ ਇਹ ਜਿਹੜਾ ਤੇਰਾ ਸਰੀਰ ਹੈ, ਜਿਸ ਦੇ ਉੱਤੇ ਤੂੰ ਇਹਨੇ ਸੁੰਦਰ ਸੁੰਦਰ ਕੱਪੜੇ ਪਾਉਣਾ ਹੈ, ਜਿਸ ਨੂੰ ਸਜਾਉਂਦਾ ਹੈ, ਜਿਹੜਾ ਤੇਰਾ ਸੁੰਦਰ ਰੂਪ ਹੈ, ਇਸ ਨੂੰ ਇੱਕ ਦਿਨ ਛੱਡ ਕੇ ਦੁਨੀਆ ਤੋਂ ਤੁਰ ਜਾਣਾ ਹੈ। ਸਾਰੇ ਚੱਲੇ ਜਾਂਦੇ ਨੇ, ਰਹਿੰਦਾ ਤੇ ਕੋਈ ਵੀ ਨਹੀਂ ਇੱਥੇ। ਮਨੁੱਖ ਨੂੰ ਸਾਰਾ ਕੁਝ ਯਾਦ ਰਹਿੰਦਾ ਹੈ, ਦੋ ਹੀ ਚੀਜ਼ਾਂ ਭੁੱਲ ਜਾਂਦਾ ਹੈ ਮਨੁੱਖ। ਇੱਕ ਮਨੁੱਖ ਆਪਣੀ ਮੌਤ ਭੁੱਲ ਜਾਂਦਾ ਹੈ ਅਤੇ ਇੱਕ ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਬਾਕੀ ਸਾਰਾ ਕੁਝ ਯਾਦ ਰਹਿੰਦਾ ਹੈ। ਮਹਾਰਾਜ ਕਹਿੰਦੇ ਨੇ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ। ਖਾਣਾ ਪੀਣਾ ਹੱਸਣਾ ਸੋਣਾ ਤੇ ਯਾਦ ਹੈ, ਪਰ ਵਿਸਰ ਗਿਆ ਹੈ ਮਰਨਾ, ਮਰਨਾ ਭੁੱਲ ਗਿਆ। ਖਸਮ ਵਿਸਾਰ ਖੁਆਰੀ ਕੀਨੀ, ਦ੍ਰਿਕ ਜੀਵਨ ਨਹੀਂ ਰਹਿਣਾ। ਉਸ ਪਰਮਾਤਮਾ ਨੂੰ ਵਿਸਾਰ ਦਿੱਤਾ, ਉਸ ਨੂੰ ਭੁਲਾ ਦਿੱਤਾ। ਹੁਣ ਇਹ ਜੀਵਨ ਕਿਵੇਂ ਤੇਰਾ ਵਿਅਰਥ ਹੋ ਗਿਆ, ਤ੍ਰਿਕਾਰਯੋਗ ਹੋ ਗਿਆ, ਇਸ ਨੇ ਤੇ ਰਹਿਣਾ ਨਹੀਂ। ਸੋ ਮਹਾਰਾਜ ਦਾ ਉਪਦੇਸ਼ ਹੈ
कि जे शरीर ने जाना ही है, कोई भी नहीं रहा, शरीर का अंत होना है, तो फिर उस अकाल पुरख नूं याद करिए, घड़ी घड़ी श्वास श्वास उसनूं सिमरिए, ताकि साडा जीवन जिहड़ा है वो सफल हो जाए। महाराज बख्शिश कर रहे ने, मंदा चंगा अपना आपे ही कीता पावना। हुण जो कुछ भी असीं इत्थे करदे हां, चंगा कर रहे हां, माड़ा कर रहे हां, ये साडे नाल जाएगा, धन दौलत नाल नहीं जाएगी, कोई रिश्ता नाता साडे नाल नहीं जाएगा, संसार दा कुछ भी साडे नाल नहीं जाएगा, शरीर भी साडे नाल नहीं जाएगा। हाँ, पर जो कर्म असीं इत्थे कर रहे हाँ, कर्म साडे नाल जाणगे, माड़े कर्म भी जाणगे, चंगे कर्म भी नाल जाणगे, क्योंकि ये जिहड़े कर्म ने साडे, इन्हां दे अनुसार ही साडी प्रलब्ध बनदी है जीवन दी, इन्हां दे अनुसार ही असीं अपने आने वाले जीवन नूं लिखते हाँ, साडे आने वाले जीवन दे विच की कुछ होना है। क्योंकि भगत कबीर जी तो कहते हैं कि ये शरीर तो इंज जल जाता है, हाड़ जरे ज्यों लाकड़ी, केस जरे ज्यों घास, ये जग जरता देख के भयो कबीर उदास। अते भगत रविदास जी ने कहा, बंग के बाल पाक से ढरी, ए तन होएगो भस्म की ढेरी। इन्हें तो सड़ी जाना है, समा आनते अपने आप ही इसने समाप्त हो जाना है। महाराज ने भादो के महीने जो उपदेश दे विच सानू समझाया है, हथ मरोड़ें तन कपै स्याओ होवा सेत, जेहा बीजै सोलने कर्मा संदड़ा खेत। एक थां ते नहीं, बाणी भी थां थां दे उत्ते उपदेश है, पर मुश्किल ये है असी उपदेश नूं जां ते समझण दा यतन नहीं करते, जां उसनूं याद रखण दा यतन नहीं करते। जे मनुख मन करके इन्हां गल्लां नूं समझ लवे, इन्हां नूं विचार लवे, तो फिर मनुख गलत काम करेगा ही नहीं, माड़े काम करेगा ही नहीं, फिर वो उस अकाल पुरख दा सिमरन भी करेगा अते चंगे काम करके अपने जीवन नूं निर्मल भी करेगा। महाराज कहते हैं, हुक्म किए मन भावदे, राह पीड़े अगे जावना। कहने जिहड़े वड्डे वड्डे इत्थे राजे महाराजे होए ने, वड्डे वड्डे साहूकार होए ने, इत्थे उन्होंने अपने मन मुताबिक हुक्म चलाए ने, जो मन विच आया लोगों नूं हुक्म कीता है उन्होंने। पर कहते अगे ये हुक्म नहीं चलना, अगे जिहड़ा रस्ता है उत्थे तो बड़ा पीड़ा है, उत्थे किसी ने तेरी नहीं सुननी, क्योंकि उत्थे ते जमदूता ने आना है अते तैनूं नाल फड़ के ले जाना है। सतगुरु जी कहते हैं, अमल सिरानो लेखा देना, आए कठिन दूध जम लेना, क्या तय खटिया कहाँ गवाया, चलो सिताब दीवान बुलाया। कहते बुलावा आ गया है, उत्थे सारा हिसाब किताब होना है, अते फिर जदों उत्थे लेखा होएगा चंगे माड़े कर्मां दा, फिर की होएगा। महाराज कहते ने, नंगा दोजख चालिया तां दिसै खरा डरावना। नंगा दोजख कहते ने उत्थे तेरी पत लै जानी है। जदों कोई मनुख माड़े काम करता है अते उस दे सामने उन्हें माड़े कर्मां दा वखान होवे, उसनूं दस्सिया जावे की कुछ तू कीता है अपने जीवन दे विच, शर्म तो आएगी ना, फिर की इज्जत रहेगी उत्थे, की पत रहेगी। अते फिर मनुख जिहड़ा है, इहो जिहा मनुख दोज़ख दे रास्ते दे, नरक दे रास्ते ते ही जांदा है। वो नरक भावें संसार विच है, भावें किधरे होर है, उसनूं वो सुख नहीं मिलते जिन्हां दा अभिलाषी है। वो हमेशा ही दुखों विच घिरिया रहिंदा है। बाणी सानू थां थां दे उत्ते उपदेश करदी है। महाराज कहंदे ने, इहो जिहा जिहड़ा मनुख है वो संसार दे विच भी डरावना लगदा है अते अगे भी डरावना ही है। बाबा फरीद ते कहंदे ने, फरीदा तिना मुख डरावने जिन्हां विसारियो नाम। कहंदे ने जिन्हां नूं नाम विसरिया है परमात्मा दा, भुल गया है, उन्हां दे मुख ते बड़े डरावने ने, उन्हां नूं देखण नूं भी चित नहीं करदा। अखीर विच महाराज बख्शिश करते हैं, कर अवगुण पछतावना। कहते हैं अवगुण कर करके मनुख दुख इकट्ठे कर लेंदा है अते फिर उस दे पल्ले पछताण तो इलावा कुछ नहीं रह जाता, फिर पछतावा रह जाता है। क्योंकि जदों अंत समा आउंदा है उस वेले फिर कोई करन दा टाइम हुंदा नहीं, कुछ समा बचदा नहीं, फिर सिवाए पछतावे दे कुछ भी नहीं कर सकता।
ਫਿਰ ਉਸ ਨੂੰ ਲੱਗਦਾ ਹੈ ਕਿ ਆਪਣਾ ਜੀਵਨ ਮੈਂ ਵਿਅਰਥ ਹੀ ਗਵਾ ਦਿੱਤਾ ਹੈ। ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਬੜੀ ਬਖਸ਼ਿਸ਼ ਕਰ ਰਹੇ ਨੇ ਸਾਡੇ 'ਤੇ। ਆਸਾ ਦੀ ਵਾਰ ਦੀ ਬਾਣੀ ਸਾਨੂੰ ਸੁੱਤਿਆਂ ਨੂੰ ਜਗਾਉਣ ਵਾਸਤੇ ਹੈ। ਇਸੇ ਵਾਸਤੇ ਇਸ ਬਾਣੀ ਦਾ ਰੋਜ਼ ਵੱਧ ਤੋਂ ਵੱਧ ਗੁਰਦੁਆਰਿਆਂ ਸਾਹਿਬ ਦੇ ਵਿੱਚ ਕੀਰਤਨ ਹੁੰਦਾ ਹੈ। ਜਿਹੜੇ ਸੁਣਦੇ ਨੇ, ਸਮਝਦੇ ਨੇ, ਉਹ ਗੁਰੂ ਦੀ ਉਪਦੇਸ਼ ਨੂੰ ਯਾਦ ਰੱਖਦੇ ਨੇ, ਗੁਰੂ ਦੇ ਹੁਕਮ ਨੂੰ ਯਾਦ ਰੱਖਦੇ ਨੇ ਅਤੇ ਆਪਣੇ ਜੀਵਨ ਨੂੰ ਸੰਵਾਰ ਸਕਦੇ ਨੇ। ਕਿਉਂਕਿ ਜੇ ਅਸੀਂ ਯਾਦ ਨਹੀਂ ਰੱਖਾਂਗੇ ਫਿਰ ਅਸੀਂ ਯਤਨ ਹੀ ਨਹੀਂ ਕਰਾਂਗੇ ਕਿ ਆਪਣੇ ਜੀਵਨ ਨੂੰ ਸੰਵਾਰਨ ਦੀ ਕੋਸ਼ਿਸ਼ ਕਰੀਏ। ਯਤਨ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਉਸ ਨੂੰ ਯਾਦ ਰੱਖਾਂਗੇ। ਸਾਰਾ ਕੁਝ ਯਾਦ ਹੈ, ਜੇ ਸਾਨੂੰ ਪਰਮਾਤਮਾ ਦਾ ਨਾਮ ਯਾਦ ਨਹੀਂ, ਫਿਰ ਇਹ ਸਮਝ ਲਓ ਕਿ ਫਿਰ ਸਾਡਾ ਇਹ ਜੀਵਨ ਜਿਹੜਾ ਹੈ ਵਿਅਰਥ ਹੀ ਜਾ ਰਿਹਾ ਹੈ। ਫਿਰ ਅਖੀਰ ਵੀ ਸਾਨੂੰ ਪਛਤਾਵਾ ਹੀ ਸਾਡੇ ਹੱਥ ਪੱਲੇ ਲੱਗਣਾ ਹੈ। ਸੋ ਆਓ, ਸਤਿਗੁਰ ਦਾ ਜੋ ਉਪਦੇਸ਼ ਹੈ ਉਸ ਨੂੰ ਮਨ ਕਰਕੇ ਮੰਨੀਏ। ਮਨ ਦੀ ਜਿਹੜੀ ਸ਼ਰਧਾ ਹੈ ਗੁਰੂ ਦੇ ਪ੍ਰਤੀ, ਮਨ ਦਾ ਜਿਹੜਾ ਵਿਸ਼ਵਾਸ ਹੈ ਉਸ ਨੂੰ ਦ੍ਰਿੜ ਕਰੀਏ। ਜਦੋਂ ਤੱਕ ਮਨ ਵਿੱਚ ਵਿਸ਼ਵਾਸ ਦ੍ਰਿੜ ਨਹੀਂ ਹੋਏਗਾ, ਜੋ ਅੱਜ ਮਹਾਰਾਜ ਨੇ ਉਪਦੇਸ਼ ਕੀਤਾ ਹੈ, ਮਨ ਦੇ ਵਿੱਚ ਪ੍ਰਤੀਤ ਨਹੀਂ ਆਏਗੀ, ਨਿਸ਼ਚਾ ਨਹੀਂ ਆਏਗਾ, ਉਸ ਸਮੇਂ ਤੱਕ ਅਸੀਂ ਇਸ ਰਾਹ ਨੂੰ ਸਮਝਣ ਦਾ ਯਤਨ ਵੀ ਨਹੀਂ ਕਰਾਂਗੇ। ਜਿਸ ਵੇਲੇ ਮਨ ਦੇ ਵਿੱਚ ਪ੍ਰਤੀਤ ਆ ਗਈ, ਨਿਸ਼ਚਾ ਦ੍ਰਿੜ ਹੋ ਗਿਆ, ਫਿਰ ਗੁਰੂ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇਗਾ। ਫਿਰ ਅਸੀਂ ਆਪਣੇ ਜੀਵਨ ਨੂੰ ਨਿਰਮਲ ਕਰਨ ਵਾਸਤੇ ਯਤਨ ਕਰਾਂਗੇ ਅਤੇ ਇਸ ਸੰਸਾਰ ਦੇ ਵਿੱਚ ਜੋ ਇਹ ਅਮੁੱਲਾ ਜਨਮ ਸਾਨੂੰ ਮਿਲਿਆ ਹੈ, ਇਸ ਨੂੰ ਸਫਲ ਕਰਕੇ ਉਸ ਅਕਾਲ ਪੁਰਖ ਤੱਕ ਪੁੱਜਣ ਦੇ ਵਿੱਚ ਸਫਲ ਹੋ ਜਾਵਾਂਗੇ। ਸਤਿਗੁਰ ਬਖਸ਼ਿਸ਼ ਕਰਨ, ਕਿਰਪਾ ਕਰਨ, ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਗੁਰੂ ਦਾ ਉਪਦੇਸ਼ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਏ, ਗੁਰੂ ਦਾ ਉਪਦੇਸ਼ ਸਾਡੀ ਸਮਝ ਦੇ ਵਿੱਚ ਆ ਜਾਏ, ਤਾਂ ਕਿ ਸਾਡਾ ਗੁਰਦੁਆਰੇ ਆਇਆ ਵੀ ਸਫਲ ਹੋਵੇ, ਸਾਡਾ ਸੰਸਾਰ ਵਿੱਚ ਆਇਆ ਵੀ ਸਫਲ ਹੋਵੇ। ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ